ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਲੈ ਕੇ ਮੈਂ ਬਰਨ ਕੌਰ ਮਾਨ ਹਾਜ਼ਰ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਭਾਰਤੀ ਮੂਲ ਦੇ ਕੁਝ ਨੌਜਵਾਨਾਂ ਦਾ ਅਮਰੀਕਾ 'ਚ ਰਹਿਣਾ ਬਣਿਆ ਚੁਣੌਤੀ, ਦੇਸ਼ ਨਿਕਾਲੇ ਦਾ ਖਦਸ਼ਾ। ਅਮਰੀਕਾ 'ਚ H1B ਵੀਜ਼ਾ ਤੇ ਵਿਦੇਸ਼ੀ ਸਿਹਤ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਦੇ ਲਈ ਬਿੱਲ ਪੇਸ਼। ਭਾਰਤੀ ਵੀਜ਼ਾ ਪ੍ਰਕਿਰਿਆ 'ਚ ਤੇਜ਼ੀ ਲਿਆਉਣਾ ਪ੍ਰਮੁੱਖ ਤਰਜੀਹ ਅਮਰੀਕਾ। ਔਰਤਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ ਲਿਜਾਣ ਦੀਆਂ ਘਟਨਾਵਾਂ 'ਚ ਪੰਜਾਬ ਪੁਲਿਸ ਤੁਰੰਤ ਦਰਜ ਕਰੇਗੀ ਕੇਸ। UK 'ਚ ਪ੍ਰਵਾਸੀਆਂ ਦੀ ਗਿਣਤੀ 'ਚ ਰਿਕਾਰਡ ਤੋੜ ਵਾਧਾ। ਬ੍ਰਿਟੇਨ ਵਿੱਚ ਗਣਿਤ ਤੇ ਵਿਗਿਆਨ ਵਿਸ਼ੇ ਦੇ ਭਾਰਤੀ ਅਧਿਆਪਕਾਂ ਦੀ ਭਾਰੀ ਮੰਗ। ਅਧਿਆਪਕਾਂ ਨੂੰ ਪ੍ਰੋਫੈਸਰ ਤੋਂ ਜ਼ਿਆਦਾ ਤਨਖਾਹ ਦੀ ਪੇਸ਼ਕਸ਼ ਕਰ ਰਹੀ ਹੈ ਬ੍ਰਿਟੇਨ ਸਰਕਾਰ। ਕੈਨੇਡਾ ਇਮੀਗ੍ਰੇਸ਼ਨ ਵੱਲੋਂ ਹੁਣ ਸਪਾਊਸ ਵੀਜ਼ੇ ਵੀ ਜਲਦੀ ਦੇਣ ਦਾ ਐਲਾਨ। ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀਆਂ ਨੂੰ ਦਾਖਲਾ ਮਿਲਣਾ ਸ਼ੁਰੂ। PM ਮੋਦੀ ਦੇ ਦੌਰੇ ਮਗਰੋਂ ਬਦਲਿਆ ਰੁਖ। ਭੂ-ਮੱਧ ਸਾਗਰ ਵਿੱਚ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਲਾਪਤਾ। 24 ਘੰਟਿਆਂ ਤੋਂ ਲੱਭ ਰਹੀ ਇਟਲੀ ਲਾਈਫ ਸਪੋਰਟ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਭਾਰਤੀ ਅਮਰੀਕੀਆਂ ਸਮੇਤ ਵੱਡੀ ਗਿਣਤੀ ਵਿੱਚ ਡਾਕੂਮੈਂਟਡ ਡ੍ਰੀਮਰਜ਼ ਮਤਲਬ ਦਸਤਾਵੇਜ਼ੀ ਡ੍ਰੀਮਰਜ਼ ਹੁਣ ਆਪਣੇ ਭਵਿੱਖ ਬਾਰੇ ਅਨਿਸ਼ਚਿਤਤਾ ਨੂੰ ਖਤਮ ਕਰਨਾ ਚਾਹੁੰਦੇ ਨੇ। ਦਸਤਾਵੇਜ਼ੀ ਡ੍ਰੀਮਰਜ਼ ਲੰਬੇ ਸਮੇਂ ਦੇ ਉਹ ਵੀਜ਼ਾ ਧਾਰਕ ਨੇ ਜੋ ਆਪਣੇ ਮਾਪਿਆਂ ਨਾਲ ਅਮਰੀਕਾ ਆਏ, ਕਾਨੂੰਨੀ ਤੌਰ ਤੇ ਉੱਥੇ ਰਹਿ ਕੇ ਵੱਡੇ ਹੋਏ, ਪਰ 21 ਸਾਲ ਦੇ ਹੋਣ ਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੂੰ। ਇਹਨਾਂ ਦਸਤਾਵੇਜ਼ੀ ਡ੍ਰੀਮਰਜ਼ ਦੇ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਬੱਚੇ ਨੇ। ਇਹ ਲੋਕ ਅਮਰੀਕੀ ਸੰਸਦ ਤੋਂ ਚਿਲਡਰਨ ਐਕਟ ਨੂੰ ਜਲਦੀ ਪਾਸ ਕਰਨ ਦੀ ਮੰਗ ਕਰ ਰਹੇ ਨੇ। ਦੱਸ ਦਈਏ ਕਿ ਚਿਲਡਰਨ ਐਕਟ 2021 ਤੋਂ ਅਮਰੀਕੀ ਸੰਸਦ ਵਿੱਚ ਪੈਂਡਿੰਗ ਹੈ। ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਮੌਜੂਦਾ ਨਿਯਮ ਤਹਿਤ ਇਹਨਾਂ 'ਚ 2,50,000 ਨੌਜਵਾਨਾਂ ਨੂੰ ਅਮਰੀਕਾ ਨਹੀਂ ਛੱਡਣਾ ਪਏਗਾ ਅਤੇ ਉਹ ਅਮਰੀਕਾ 'ਚ ਰਹਿ ਕੇ ਨਾਗਰਿਕਤਾ ਦੇ ਲਈ ਅਪਲਾਈ ਕਰ ਸਕਣਗੇ। ਦਸਤਾਵੇਜ਼ੀ ਡ੍ਰੀਮਰਜ਼ ਦੇ ਇੱਕ ਸਮੂਹ ਨੇ US ਕੈਪੀਟਲ ਦੇ ਕਈ ਸੰਸਦ ਮੈਂਬਰਾਂ ਤੱਕ ਪਹੁੰਚ ਕੀਤੀ ਹੈ। ਉਹਨਾਂ ਨੂੰ ਹਾਲ ਹੀ ਵਿੱਚ ਪੇਸ਼ ਕੀਤੇ ਗਏ ਅਮਰੀਕਾਜ਼ ਚਿਲਡਰਨ ਐਕਟ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਉਹ ਸੰਸਦ ਮੈਂਬਰਾਂ ਤੋਂ ਅਜਿਹੇ ਜ਼ਰੂਰੀ ਕਾਨੂੰਨ ਬਦਲਾਅ ਦੀ ਮੰਗ ਕਰ ਰਹੇ ਨੇ ਜਿਸ ਨਾਲ ਉਹਨਾਂ ਦੀ ਨਾਗਰਿਕਤਾ ਦਾ ਰਾਹ ਸਾਫ਼ ਹੋ ਸਕੇ। ਦਸਤਾਵੇਜ਼ੀ ਡ੍ਰੀਮਰਜ਼ ਦੀ ਤਰਫੋਂ ਲੜਨ ਵਾਲੀ ਸੰਸਥਾ ਇੰਪਰੂਵ ਦੀ ਡ੍ਰੀਮ ਦੇ ਸੰਸਥਾਪਕ ਦੀਪ ਪਟੇਲ ਨੇ ਕਿਹਾ ਕਿ ਇਸ ਉਮਰ ਸੰਬੰਧੀ ਸਮੱਸਿਆਵਾਂ ਨੂੰ ਸਥਾਈ ਤੌਰ ਤੇ ਹੱਲ ਕਰਨ ਅਤੇ ਅਮਰੀਕਾਜ਼ ਚਿਲਡਰਨ ਐਕਟ ਪਾਸ ਕਰਨ ਦਾ ਸਮਾਂ ਆ ਗਿਆ ਹੈ। ਸਾਲ 2021 ਵਿੱਚ ਅਮਰੀਕੀ ਸੰਸਦ ਮੈਂਬਰ ਡੇਬੋਰਾ ਰੌਸ, ਮੈਰੀ ਨੇਟ ਮਿਲਰ, ਰਾਜਾ ਕ੍ਰਿਸ਼ਨਾ ਮੂਰਤੀ ਅਤੇ ਯੰਗ ਕਿਮ ਨੇ ਅਮਰੀਕੀ ਸੰਸਦ ਵਿੱਚ ਚਿਲਡਰਨ ਐਕਟ ਪੇਸ਼ ਕੀਤਾ ਸੀ। ਇਸ ਐਕਟ ਤਹਿਤ ਅਜਿਹੇ ਪ੍ਰਾਵਧਾਨ ਹਨ ਕਿ ਜਿਨ੍ਹਾਂ ਬੱਚਿਆਂ ਦੇ ਮਾਪੇ ਲੰਬੇ ਸਮੇਂ ਦੇ ਵੀਜ਼ਾ ਤੇ ਅਮਰੀਕਾ 'ਚ ਕੰਮ ਕਰ ਰਹੇ ਨੇ ਤੇ ਉਹ ਬੱਚੇ ਪਿਛਲੇ 10 ਸਾਲਾਂ ਤੋਂ ਅਮਰੀਕਾ 'ਚ ਕਾਨੂੰਨੀ ਤੌਰ ਤੇ ਰਹਿ ਰਹੇ ਨੇ। ਨਾਲ ਹੀ ਜੇਕਰ ਉਹ ਕਿਸੇ ਉੱਚ ਵਿਦਿਅਕ ਸੰਸਥਾ ਤੋਂ ਗ੍ਰੈਜੂਏਟ ਨੇ ਤਾਂ ਉਹ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦਾ ਹੱਕਦਾਰ ਹੋਣਗੇ। ਨਾਲ ਹੀ ਇਸ ਚਿਲਡਰਨ ਐਕਟ ਵਿੱਚ ਇਹ ਵਿਵਸਥਾ ਹੈ ਕਿ ਜਦੋਂ ਇਹ ਦਸਤਾਵੇਜ਼ੀ ਡ੍ਰੀਮਰਜ਼ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦਿੰਦੇ ਨੇ ਤਾਂ ਉਹਨਾਂ ਦੀ ਉਮਰ ਦੀ ਗਣਨਾ ਉਹਨਾਂ ਦੁਆਰਾ ਅਰਜ਼ੀ ਦੇਣ ਦੀ ਮਿਤੀ ਤੋਂ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਉਹਨਾਂ ਨੂੰ ਨਾਗਰਿਕਤਾ ਪ੍ਰਾਪਤ ਹੋਣ ਦੀ ਮਿਤੀ ਤੋਂ। ਇਸ ਤਰ੍ਹਾਂ ਜੇਕਰ ਇਹ ਨੌਜਵਾਨ 21 ਸਾਲ ਦੇ ਹੋਣ ਤੋਂ ਪਹਿਲਾਂ ਨਾਗਰਿਕਤਾ ਦੇ ਲਈ ਅਪਲਾਈ ਕਰਦੇ ਨੇ ਤਾਂ 21 ਸਾਲ ਦੇ ਹੋਣ ਤੇ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਦਾ ਖਤਰਾ ਨਹੀਂ ਹੋਏਗਾ। ਜਿਹੜੇ ਨੌਜਵਾਨਾਂ ਨੇ 16 ਸਾਲ ਦੀ ਉਮਰ ਪਾਰ ਕਰ ਲਈ ਹੈ ਤੇ ਗ੍ਰੀਨ ਕਾਰਡ ਦੇ ਲਈ ਅਰਜ਼ੀ ਦਿੱਤੀ ਹੈ, ਉਹਨਾਂ ਨੂੰ ਰੁਜ਼ਗਾਰ ਅਧਿਕਾਰ ਮਿਲਣਾ ਚਾਹੀਦਾ ਹੈ। ਅਮਰੀਕੀ ਕਾਂਗਰਸ ਦੀਆਂ 2 ਮਹਿਲਾ ਮੈਂਬਰਾਂ ਨੇ ਵੈਟਨਰਜ਼ ਅਤੇ ਅਫੇਅਰਸ ਵਿਭਾਗ ਦੇ ਲਈ H1B ਵੀਜ਼ਾ ਤੇ ਵਿਦੇਸ਼ੀ ਕਰਮਚਾਰੀਆਂ ਨੂੰ ਦੇਸ਼ ਵਿੱਚ ਢੁਕਵੇਂ ਬਿਨੇਕਾਰ ਨਾ ਮਿਲਣ ਤੇ ਕੰਮ ਤੇ ਰੱਖਣ ਦੇ ਲਈ ਆਸਾਨ ਬਣਾਉਣ ਦੇ ਲਈ ਇੱਕ ਬਿੱਲ ਪੇਸ਼ ਕੀਤਾ ਹੈ। ਵੀਰਵਾਰ ਨੂੰ ਕਾਂਗਰਸ ਮੈਂਬਰ ਰਸ਼ੀਦਾ ਨੇ ਤੇ ਡੇਲੀਆ ਰਮੀਰੇਜ਼ ਵੱਲੋਂ ਪੇਸ਼ ਕੀਤਾ ਗਿਆ ਐਕਸਪੈਂਡਿੰਗ ਹੈਲਥ ਕੇਅਰ ਪ੍ਰੋਵਾਈਡਰਸ ਫਾਰ ਵੈਟਨਰਜ਼ ਐਕਟ ਅਮਰੀਕਾ 'ਚ ਸਿਹਤ ਸੇਵਾ ਦੇਣ ਵਾਲਿਆਂ ਦੀ ਕਮੀ ਨੂੰ ਦੂਰ ਕਰਨ 'ਚ ਮਦਦ ਕਰੇਗਾ, ਜੋ ਅਪਰਵਾਸੀ ਸਿਹਤ ਮੁਲਾਜ਼ਮਾਂ ਜੋ H1B ਵੀਜ਼ਾ ਹੋਲਡਰ ਨੇ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਆਗਿਆ ਦੇਗਾ। ਵਿਲ ਵੈਟਨਰਜ਼ ਅਫੇਅਰਸ ਵਿਭਾਗ ਅਤੇ ਸਟੇਟ ਵੈਟਨਰਜ਼ ਹੋਮਜ਼ ਨੂੰ H1B ਵੀਜ਼ਾ ਪ੍ਰੋਗਰਾਮ ਦੇ ਉਦੇਸ਼ਾਂ ਲਈ ਵੱਧ ਤੋਂ ਵੱਧ ਛੋਟ ਵਾਲੀਆਂ ਸੰਸਥਾਵਾਂ ਵਜੋਂ ਨਿਰਧਾਰਿਤ ਕਰਦਾ ਹੈ। ਸਦਨ ਦੀ ਕਮੇਟੀ ਦੇ ਮੈਂਬਰ ਕਾਂਗਰਸ ਮਹਿਲਾ ਰਾਮੀਰੇਜ਼ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸਾਬਕਾ ਫੌਜੀਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਬਣਾਈ ਰੱਖੀਏ ਜੋ ਸਾਡੇ ਦੇਸ਼ ਵਿੱਚ ਸਿਹਤ ਮੁਲਾਜ਼ਮਾਂ ਦੀ ਕਮੀ ਤੋਂ ਪ੍ਰਭਾਵਿਤ ਹੋ ਰਹੇ ਨੇ। ਅਸੀਂ ਆਪਣੇ ਭਾਈਚਾਰਿਆਂ ਦੇ ਵਿੱਚ ਅਪਰਵਾਸੀਆਂ ਨਾਲ ਇਸ ਕਮੀ ਨੂੰ ਦੂਰ ਕਰ ਸਕਦੇ ਹਾਂ ਜੋ ਤਿਆਰ ਨੇ ਅਤੇ ਕੰਮ ਕਰਨਾ ਚਾਹੁੰਦੇ ਨੇ ਪਰ ਕਈ ਰੁਕਾਵਟਾਂ ਦਾ ਸਾਹਮਣਾ ਕਰਦੇ ਨੇ।
ਅਮਰੀਕਾ ਨੇ ਕਿਹਾ ਕਿ ਭਾਰਤੀ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨਾ ਉਸ ਦੀ ਪ੍ਰਮੁੱਖ ਤਰਜੀਹ ਹੈ। ਭਾਰਤ ਵਿੱਚ ਉਸ ਦੀਆਂ ਕੌਂਸਲਰ ਟੀਮਾਂ ਵੀਜ਼ਾ ਪ੍ਰਕਿਰਿਆ ਤੇਜ਼ੀ ਨਾਲ ਪੂਰਾ ਕਰਨ ਤੇ ਧਿਆਨ ਕੇਂਦਰਿਤ ਕਰ ਰਹੀਆਂ ਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਸ ਮੁੱਦੇ ਤੇ ਇੱਕ ਸਵਾਲ ਦੇ ਜਵਾਬ ਦਿੱਤੇ ਨੇ। ਉਹਨਾਂ ਨੇ ਕਿਹਾ ਹੈ ਕਿ ਫਿਰ ਮੈਂ ਬੇਨਤੀ ਦੇ ਨਾਲ ਖਾਸ ਤੌਰ ਤੇ ਕਹਾਂਗਾ ਕਿਉਂਕਿ ਇਹ ਵੀਜ਼ੇ ਮੁੱਦੇ ਨਾਲ ਸੰਬੰਧਿਤ ਹੈ। ਅਸੀਂ ਸਪਸ਼ਟ ਤੌਰ ਤੇ ਮੰਨਦੇ ਹਾਂ ਕਿ ਇਹ ਚਿੰਤਾ ਦਾ ਵਿਸ਼ਾ ਹੈ ਅਤੇ ਸਾਡੀਆਂ ਕੌਂਸਲਰ ਟੀਮਾਂ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਸਖਤ ਮਿਹਨਤ ਕਰ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਇਹ ਸਾਡੀ ਸਰਕਾਰ ਦੇ ਲਈ ਇੱਕ ਪ੍ਰਮੁੱਖ ਤਰਜੀਹ ਹੈ ਅਤੇ ਮੈਂ ਜਾਣਦਾ ਹਾਂ ਕਿ ਇਹ ਦੇਸ਼ ਵਿੱਚ ਸਾਡੇ ਦੂਤਘਰ ਦੇ ਲਈ ਪ੍ਰਮੁੱਖ ਤਰਜੀਹ ਹੈ। ਦਰਅਸਲ ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਭਾਰਤ ਵਿੱਚ ਵੀਜ਼ਾ ਪ੍ਰਕਿਰਿਆ 'ਚ ਲੰਬੀ ਦੇਰੀ ਦੇ ਮੁੱਦੇ ਤੇ ਕਿ ਅਮਰੀਕਾ ਦੇ ਨਵੇਂ ਰਾਜਦੂਤ ਐਰਿਕ ਗਾਰਸੇਟੀ ਆਪਣੀ ਚੁੱਪੀ ਤੋੜਨਗੇ। ਭਾਰਤ ਤੋਂ ਮੱਧ ਪੂਰਬੀ ਦੇਸ਼ਾਂ 'ਚ ਔਰਤਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਸਮਗਲਿੰਗ ਕਰਕੇ ਲਿਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਵੀ ਅਜਿਹੀ ਘਟਨਾ ਨੂੰ ਲੈ ਕੇ ਤਿਆਰੀ ਕਰ ਲਈ ਹੈ। ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਤੇ ADG PLK ਯਾਦਵ ਨੇ ਇਸ ਪੱਤਰ ਨੂੰ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਔਰਤਾਂ ਨੂੰ ਵਿਦੇਸ਼ਾਂ 'ਚ ਗੈਰ ਕਾਨੂੰਨੀ ਢੰਗ ਦੇ ਨਾਲ ਲਿਜਾਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਉਦੇਸ਼ ਨਾਲ ਪੁਲਿਸ ਵੱਲੋਂ ਹੁਣ ਤੁਰੰਤ ਕਾਰਵਾਈ ਕੀਤੀ ਜਾਏਗੀ ਅਤੇ ਸ਼ਿਕਾਇਤ ਮਿਲਦਿਆਂ ਹੀ ਪੁਲਿਸ ਥਾਣੇ ਵਿੱਚ FIR ਦਰਜ ਕਰ ਦਿੱਤੀ ਜਾਏਗੀ। ADG PLK ਯਾਦਵ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪੁਲਿਸ ਥਾਣਾ ਕੱਲ ਖੁਰਦ ਵਿੱਚ 22 ਮਈ ਨੂੰ FIR ਨੂੰ 38 ਦਰਜ ਹੋ ਚੁੱਕੀ ਹੈ, ਜਿਸ ਵਿੱਚ ਕੁਝ ਏਜੰਟਾਂ ਖਿਲਾਫ ਕਾਰਵਾਈ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਤੇ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਫੀਲਡ ਵਿੱਚ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹ ਸ਼ਿਕਾਇਤ ਮਿਲਦੇ ਹੀ ਕੇਸ ਦਰਜ ਕਰਨ ਤਾਂ ਜੋ ਕੋਈ ਵੀ ਵਿਅਕਤੀ ਵਿਦੇਸ਼ ਦੌੜਨ ਦੇ ਵਿੱਚ ਕਾਮਯਾਬ ਨਾ ਹੋ ਸਕੇ। ਉਹਨਾਂ ਨੇ ਕਿਹਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਲੁਧਿਆਣਾ ਰੇਂਜ ਦੇ IG ਤੇ IPS ਅਧਿਕਾਰੀ ਕੌਸਤੁਭ ਸ਼ਰਮਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ FIR ਦਰਜ ਕਰਨ 'ਚ ਕਿਸੇ ਨੂੰ ਕੋਈ ਦਿੱਕਤ ਨਾ ਆਏ। IG ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਯਕੀਨੀ ਬਣਾਉਣਗੇ ਕਿ ਪੁਲਿਸ ਥਾਣਿਆਂ ਵਿੱਚ FIR ਦਰਜ ਹੋ ਰਹੀ ਹੈ ਜਾਂ ਨਹੀਂ। ਬਿਊਰੋ ਆਫ ਇਨਵੈਸਟੀਗੇਸ਼ਨ ਅਨੁਸਾਰ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ SIT ਵੱਲੋਂ ਕੀਤੀ ਜਾਏਗੀ। UK ਵਿੱਚ ਪ੍ਰਵਾਸੀ ਲੋਕਾਂ ਦੀ ਗਿਣਤੀ 'ਚ ਵਾਧਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬ੍ਰੈਗਜ਼ਿਟ ਦਾ ਮੁੱਖ ਕਾਰਨ ਇਹੀ ਸੀ। ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਵੱਲੋਂ ਪ੍ਰਵਾਸ ਗਿਣਤੀ ਘਟਾਉਣ ਦੇ ਮੁੱਦੇ ਨੂੰ ਹਮੇਸ਼ਾ ਚੋਣ ਮੁੱਦਾ ਬਣਾਇਆ ਗਿਆ, ਪਰ ਹੁਣ ਤੱਕ ਇਸ ਤੇ ਕਾਬੂ ਨਹੀਂ ਪਾਇਆ ਗਿਆ। ਬਰਤਾਨੀਆ ਦੇ ਅੰਕੜਾ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ 2022 ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਦਰਜ ਹੋਇਆ। ਇਹ ਗਿਣਤੀ 6,06,000 ਤੱਕ ਪਹੁੰਚ ਗਈ, ਜੋ 2021 ਦੇ ਮੁਕਾਬਲੇ 1,64,000 ਵੱਧ ਹੈ। ਪਿਛਲੇ ਸਾਲ UK 'ਚ 12 ਲੱਖ ਲੋਕ ਆਏ, ਜਿਨ੍ਹਾਂ ਚੋਂ ਲਗਭਗ 5,57,000 ਪ੍ਰਵਾਸ ਕਰ ਗਏ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਪ੍ਰਵਾਸ ਗਿਣਤੀ ਬੇहद ਜ਼ਿਆਦਾ ਹੈ, ਪਰ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਹ ਕਾਬੂ ਤੋਂ ਬਾਹਰ ਹੈ। ਲੇਬਰ ਪਾਰਟੀ ਦੇ ਸ਼ੈਡੋ ਗ੍ਰਹਿ ਮੰਤਰੀ ਜ਼ਵੇਟ ਕੂਪਰ ਨੇ ਕਿਹਾ ਕਿ ਸਰਕਾਰ ਦੀ ਇਮੀਗ੍ਰੇਸ਼ਨ ਤੇ ਕੋਈ ਪਕੜ ਨਹੀਂ ਹੈ। UK 'ਚ ਸ਼ਰਨ ਮੰਗਣ ਵਾਲਿਆਂ ਦੀਆਂ 1,72,000 ਅਰਜ਼ੀਆਂ ਅਜੇ ਵੀ ਵਿਚਾਰ ਅਧੀਨ ਨੇ। ਯੁੱਧ ਤੋਂ ਬਾਅਦ ਯੂਕਰੇਨ ਤੇ 1,14,000 ਲੋਕ ਅਤੇ ਹਾਂਗਕਾਂਗ ਤੋਂ 52,000 ਲੋਕ UK 'ਚ ਆਏ ਨੇ। UK ਦਾ ਵਿਦਿਆਰਥੀ ਅਤੇ ਹੁਨਰਮੰਦ ਕਾਮਿਆਂ ਦਾ ਵੀਜ਼ਾ ਹਾਸਲ ਕਰਨ ਵਾਲਿਆਂ 'ਚ ਭਾਰਤੀ ਸਭ ਤੋਂ ਅੱਗੇ ਨੇ। ਮਾਰਚ 2023 ਦੇ ਅਖੀਰ ਤੱਕ ਇਸ ਸਾਲ ਦੌਰਾਨ 92,951 ਭਾਰਤੀ ਵਿਦਿਆਰਥੀਆਂ ਨੇ ਗ੍ਰੈਜੂਏਟ ਵੀਜ਼ਾ ਵਧਾਇਆ ਸੀ, ਜੋ ਕੁੱਲ ਵਿਦਿਆਰਥੀਆਂ ਦਾ ਵੀਜ਼ਾ 41% ਹੈ, ਜਦਕਿ 1,38,532 ਭਾਰਤੀ ਵਿਦਿਆਰਥੀਆਂ ਨੇ ਵੀਜ਼ਾ ਹਾਸਲ ਕੀਤਾ, ਜੋ ਪਿਛਲੇ ਸਾਲ ਨਾਲੋਂ 63% ਹੈ। ਜੇਕਰ ਤੁਹਾਡੇ ਕੋਲ BEd ਦੀ ਡਿਗਰੀ ਹੈ ਤੇ ਤੁਸੀਂ ਗਣਿਤ ਜਾਂ ਵਿਗਿਆਨ ਦੇ ਅਧਿਆਪਕ ਹੋ ਤਾਂ ਬ੍ਰਿਟੇਨ ਤੁਹਾਡਾ ਇੰਤਜ਼ਾਰ ਕਰ ਰਿਹਾ। ਇੱਕ ਨਿੱਜੀ ਅਖਬਾਰ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਬ੍ਰਿਟੇਨ ਦੇ ਸਕੂਲਾਂ 'ਚ ਇਸ ਵੇਲੇ ਗਣਿਤ ਤੇ ਵਿਗਿਆਨ ਦੇ ਅਧਿਆਪਕਾਂ ਦੀ ਭਾਰੀ ਕਮੀ ਹੋ ਗਈ। ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਇਹ ਕਮੀ ਪੂਰੀ ਕਰਨ ਦੇ ਲਈ ਸਰਕਾਰ ਭਾਰਤ ਸਣੇ ਕੁਝ ਹੋਰਨਾਂ ਅਫਰੀਕੀ ਦੇਸ਼ਾਂ ਤੇ ਯੋਗ ਅਧਿਆਪਕਾਂ ਨੂੰ ਆਪਣੇ ਇੱਥੇ ਨੌਕਰੀ ਦੇਗੀ। ਖਾਸ ਗੱਲ ਇਹ ਹੈ ਕਿ ਬ੍ਰਿਟੇਨ ਸਰਕਾਰ ਅਧਿਆਪਕਾਂ ਨੂੰ ਪ੍ਰੋਫੈਸਰ ਤੋਂ ਜ਼ਿਆਦਾ ਤਨਖਾਹ ਦੀ ਪੇਸ਼ਕਸ਼ ਕਰ ਰਹੀ ਹੈ। ਅਧਿਆਪਕਾਂ ਦੀ ਯੋਗਤਾ ਤੇ ਤਜਰਬੇ ਦੇ ਮੁਤਾਬਕ 10,000 ਪਾਉਂਡ ਤੋਂ 27,000 ਪਾਉਂਡ ਤੱਕ ਪ੍ਰਤੀ ਸਾਲ ਤਨਖਾਹ ਦੀ ਪੇਸ਼ਕਸ਼ ਦਿੱਤੀ ਜਾ ਰਹੀ ਹੈ। ਫਿਲਹਾਲ 10,000 ਪਾਉਂਡ ਭਾਰਤੀ ਮੁਦਰਾ 'ਚ 10.19 ਲੱਖ ਰੁਪਏ ਦੇ ਬਰਾਬਰ ਹੈ। ਲੰਡਨ ਦੇ ਅਖਬਾਰ ਦਾ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਸਰਕਾਰ ਨੇ ਕਿਹਾ ਕਿ ਸੈਂਕੜੇ ਗਣਿਤ, ਵਿਗਿਆਨ ਤੇ ਭਾਸ਼ਾ ਅਧਿਆਪਕਾਂ ਨੂੰ ਇਸ ਸਾਲ ਭਾਰਤ ਤੇ ਨਾਈਜੀਰੀਆ ਵਰਗੇ ਦੇਸ਼ਾਂ ਤੋਂ ਬ੍ਰਿਟੇਨ ਲਿਆਂਦਾ ਜਾਏਗਾ। ਇਸ ਤੋਂ ਇਲਾਵਾ ਹੋਰਨਾਂ ਦੇਸ਼ਾਂ 'ਚ ਵੀ ਅਲੱਗ-ਅਲੱਗ ਵਿਸ਼ਿਆਂ 'ਚ ਭਾਰਤੀ ਯੋਜਨਾਵਾਂ ਦਾ ਵਿਸਥਾਰ ਕਰਨ ਦੀ ਸਰਕਾਰ ਦੀ ਯੋਜਨਾ ਹੈ।
ਕੈਨੇਡਾ ਦੇ ਇਮੀਗ੍ਰੇਸ਼ਨ ਨੇ ਬੀਤੇ ਦਿਨ ਸੈਰ ਸਪਾਟਾ ਤੇ ਆਉਣ ਵਾਲਿਆਂ ਵੱਲੋਂ ਵੀਜ਼ਾ ਅਪਲਾਈ ਲਈ 30 ਦਿਨ ਵਿੱਚ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਸੀ। ਪਰ ਹੁਣ ਸਪਾਊਸ ਵੀਜ਼ਾ ਵਾਲੇ ਲੋਕਾਂ ਲਈ ਵੀ 30 ਦਿਨਾਂ 'ਚ ਵੀਜ਼ਾ ਦੇਣ ਦਾ ਐਲਾਨ ਕੀਤਾ ਗਿਆ। ਵਿਦੇਸ਼ ਮੰਤਰੀ ਨੇ ਕਿਹਾ ਕਿ ਕੋਈ ਵੀ ਲੜਕਾ ਲੜਕੀ ਜੋ ਕੈਨੇਡਾ 'ਚ ਹੈ ਤੇ ਵਿਆਹ ਕਰਵਾ ਕੇ ਕੈਨੇਡਾ ਆਏ ਹੋਏ ਨੇ, ਉਹਨਾਂ ਨੂੰ ਹੋਰ ਵੱਡੀ ਰਾਹਤ ਦਿੱਤੀ ਜਾਂਦੀ ਹੈ। ਉਹ ਆਪਣੇ ਜੀਵਨ ਸਾਥੀ ਨੂੰ ਸੈਰ ਸਪਾਟਾ ਵੀਜ਼ਾ ਤੇ 30 ਦਿਨਾਂ ਵਿੱਚ ਬੁਲਾ ਸਕਦੇ ਨੇ ਤੇ ਫਿਰ ਉਹ ਇੱਥੇ ਰਹਿ ਕੇ ਹੀ ਉਸਦੀ ਪੀਆਰ ਪਾ ਸਕਦੇ ਨੇ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਸਪਾਊਸ ਵੀਜ਼ਾ ਵਾਲੇ ਨੂੰ ਪੀਆਰ ਪਾਉਣ ਦਾ ਸਮਾਂ ਲੱਗਦਾ ਹੈ ਤਾਂ ਉਸਦਾ ਵਰਕ ਪਰਮਿਟ ਖਤਮ ਹੋ ਰਿਹਾ ਤਾਂ ਉਸਨੂੰ ਹੋਰ 18 ਮਹੀਨੇ ਦਾ ਸਮਾਂ ਦਿੱਤਾ ਜਾਏਗਾ ਤਾਂ ਜੋ ਉਸ ਸਮੇਂ 'ਚ ਉਹ ਆਪਣੇ ਲੋੜੀਂਦੇ ਕਾਗਜ਼ ਪੱਤਰ ਤਿਆਰ ਕਰਕੇ ਪੀਆਰ ਪਾ ਸਕਣ। ਆਸਟ੍ਰੇਲੀਆ ਦੀਆਂ 2 ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਣੇ 6 ਰਾਜਾਂ ਦੇ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ ਲਾਉਣ ਦੇ ਮਾਮਲੇ 'ਚ ਯੂ-ਟਰਨ ਲੈ ਲਿਆ। ਹੁਣ ਉਹਨਾਂ ਵਿਦਿਆਰਥੀਆਂ ਲਈ ਆਸ ਤੇ ਕਿਰਨ ਹੈ ਜੋ ਆਸਟ੍ਰੇਲੀਆ ਦੀਆਂ ਮਿਆਰੀ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਸੀ। ਪ੍ਰਧਾਨ ਮੰਤਰੀ ਮੋਦੀ ਦੇ ਆਸਟ੍ਰੇਲੀਆ ਦੇ ਦੌਰੇ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਸਕਾਰਾਤਮਕ ਮਾਹੌਲ ਬਣਨਾ ਸ਼ੁਰੂ ਹੋਇਆ। ਇਹੀ ਕਾਰਨ ਹੈ ਕਿ ਜਿਨ੍ਹਾਂ 7 ਯੂਨੀਵਰਸਿਟੀਆਂ ਤੇ ਪਾਬੰਦੀ ਲਗਾਈ ਹੈ ਉਹਨਾਂ 'ਚੋਂ 2 ਨੇ ਦਾਖਲਾ ਸ਼ੁਰੂ ਕਰ ਦਿੱਤਾ ਹੈ ਤੇ ਦੂਜੀ ਯੂਨੀਵਰਸਿਟੀ ਨੇ 1 ਜੂਨ ਤੋਂ ਦਾਖਲੇ ਲਈ ਆਪਣੇ ਅਧਿਕਾਰਤ ਏਜੰਟਾਂ ਨੂੰ ਸੂਚਿਤ ਕਰ ਦਿੱਤਾ ਹੈ। ਇਸ ਕਾਰਨ ਵਿਦੇਸ਼ੀ ਪੜ੍ਹਾਈ ਸਿੱਖਿਆ ਖੇਤਰ ਵਿੱਚ ਖੁਸ਼ੀ ਦੀ ਲਹਿਰ ਦੇਖਣ ਲੱਗੀ ਹੈ ਔਰ ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀਆਂ ਤੇ ਪਾਬੰਦੀ ਲਾਉਣ ਦਾ ਮਾਮਲਾ ਉਸ ਸਮੇਂ ਭਖ ਗਿਆ ਸੀ। ਪ੍ਰਧਾਨ ਮੰਤਰੀ ਮੋਦੀ 2 ਦਿਨਾਂ ਦੌਰੇ ਤੋਂ ਬਾਅਦ ਬੁੱਧਵਾਰ ਨੂੰ ਹੀ ਆਸਟ੍ਰੇਲੀਆ ਤੋਂ ਪਰਤੇ ਸਨ। ਸਿਡਨੀ ਵਿੱਚ 20,000 ਲੋਕਾਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਵਿਦਿਆਰਥੀ ਦੋਵੇਂ ਦੇਸ਼ਾਂ ਨੂੰ ਨੇੜੇ ਲਿਆ ਰਹੇ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੱਕ ਦੂਜੇ ਦੀਆਂ ਸਿੱਖਿਆ ਦੀਆਂ ਡਿਗਰੀਆਂ ਨੂੰ ਮਾਨਤਾ ਦੇਣ ਤੇ ਗੱਲਬਾਤ ਅੱਗੇ ਵਧੀ ਹੈ, ਪਰ ਆਸਟ੍ਰੇਲੀਆ ਦੀਆਂ 2 ਯੂਨੀਵਰਸਿਟੀਆਂ ਨੇ ਇਸ ਤੇ ਹੋਰ ਪਾਬੰਦੀ ਲਗਾ ਦਿੱਤੀ ਸੀ, ਜਿਸ ਕਾਰਨ ਸਿੱਖਿਆ ਉਦਯੋਗ ਤੋਂ ਇਲਾਵਾ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਤੇ ਸੰਕਟ ਮੰਡਰਾਉਣ ਲੱਗਾ ਸੀ। ਇਹ ਖਬਰ ਉਹਨਾਂ ਲੋਕਾਂ ਲਈ ਹੈ ਜੋ ਕਹਿੰਦੇ ਨੇ ਕਿ ਵਿਦੇਸ਼ਾਂ 'ਚ ਜਾਂ ਯੂਰੋਪੀਅਨ ਦੇਸ਼ਾਂ ਦੇ ਵਿੱਚ ਭ੍ਰਿਸ਼ਟਾਚਾਰ ਜਾਂ ਗੈਰ ਕਾਨੂੰਨੀ ਕੰਮ ਨਹੀਂ ਹੁੰਦੇ। ਇੱਥੇ ਜੇਕਰ ਇਟਲੀ ਦੀ ਗੱਲ ਕੀਤੀ ਜਾਏ ਤਾਂ ਯੂਰਪ ਭਰ ਵਿੱਚੋਂ ਇਟਲੀ ਭ੍ਰਿਸ਼ਟਾਚਾਰ ਵਿੱਚ ਪਹਿਲੇ ਨੰਬਰ ਤੇ ਹੈ। ਇਸ ਕਾਰਵਾਈ ਦੀਆਂ ਅਨੇਕਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ, ਜਿਸ ਵਿੱਚ ਇੱਕ ਉਦਾਹਰਣ ਹੈ ਇਟਲੀ ਦੇ ਪੇਪਰਾਂ ਸੰਬੰਧੀ, ਜਿਹੜੀ ਕਿ ਇਟਲੀ ਰਹਿਣ ਬਸੇਰਾ ਕਰਦਾ ਭਾਰਤੀ ਅੱਜ ਕੱਲ ਹੱਡੀ ਹੰਡਾ ਰਿਹਾ। ਬੀਤੇ ਕਰੀਬ 2 ਸਾਲਾਂ ਤੋਂ ਇਟਲੀ ਦੇ ਨਿਕਲ ਰਹੇ ਪੇਪਰ, ਉਹ ਚਾਹੇ ਪਰਿਵਾਰ ਦੇ ਹਨ ਜਾਂ ਫਿਰ ਕਾਮਿਆਂ ਦੇ, ਜਦੋਂ ਪੇਪਰ ਦਿੱਲੀ ਸਥਿਤ ਇਟਾਲੀਅਨ ਐਮਬੈਸੀ ਵਿੱਚ ਜਮ੍ਹਾਂ ਕਰਵਾਉਣੇ ਹੁੰਦੇ ਨੇ ਤਾਂ ਉਸ ਲਈ ਇੱਕ ਨਿਰਧਾਰਤ ਤਾਰੀਖ ਲੈਣੀ ਪੈਂਦੀ ਹੈ। ਤਾਰੀਖ ਲੈਣ ਦੀ ਪ੍ਰਕਿਰਿਆ ਚਾਹੇ ਕਰੋਨਾ ਕਾਲ ਵਿੱਚ ਸ਼ੁਰੂ ਹੋਈ ਸੀ, ਪਰ ਹੁਣ ਤੱਕ ਵੀ ਇਹ ਕਾਰਵਾਈ ਜਾਰੀ ਹੈ। ਇਹ ਬਿਨਾਂ ਨਿਰਧਾਰਤ ਤਾਰੀਖ ਲਏ ਤੁਸੀਂ ਐਮਬੈਸੀ ਜਾਣਾ ਹੈ ਤਾਂ ਉੱਥੇ ਦਾਖਲਾ ਵੀ ਨਹੀਂ ਹੋ ਸਕਦਾ। ਬੀਤੇ ਸਮੇਂ ਵਿੱਚ ਕਰੋਨਾ ਦੇ ਮੱਦੇਨਜ਼ਰ ਦੇਸ਼ ਵਿਦੇਸ਼ ਵਿੱਚ ਕਿਸੇ ਵੀ ਜਨਤਕ ਦਫ਼ਤਰ 'ਚ ਜਾਣ ਦੇ ਲਈ ਜੋ ਵੀ ਸ਼ਰਤਾਂ ਸਰਕਾਰ ਵੱਲੋਂ ਰੱਖੀਆਂ ਗਈਆਂ ਨੇ ਉਹ ਲਗਭਗ ਖਤਮ ਹੋ ਚੁੱਕੀਆਂ ਨੇ, ਪਰ ਇਟਾਲੀਅਨ ਐਮਬੈਸੀ ਦੇ ਅਧਿਕਾਰੀਆਂ ਨੂੰ ਹੁਣ ਵੀ ਡਰ ਲੱਗ ਰਿਹਾ ਕਿ ਕਿਤੇ ਕਰੋਨਾ ਉਹਨਾਂ ਨੂੰ ਫੜ ਨਾ ਲਏ। ਇਸ ਲਈ ਉਹ ਲੋਕਾਂ ਨੂੰ ਬਿਨਾਂ ਨਿਰਧਾਰਤ ਤਾਰੀਖ ਲਏ ਅੰਬੈਸੀ ਦਾਖਲ ਹੋਣ ਨਹੀਂ ਦਿੰਦੇ। ਇਹ ਪੱਖ ਸੀ ਇਟਲੀ ਦੀ ਦਿੱਲੀ ਸਥਿਤ ਇਟਾਲੀਅਨ ਅੰਬੈਸੀ ਦਾ, ਪਰ ਅਸੀਂ ਤੁਹਾਨੂੰ ਇੱਥੇ ਉਲਝੇ ਤਾਣੇ ਬਾਣੇ ਦਾ ਦੂਜਾ ਪੱਖ ਵੀ ਦੱਸ ਦਿੰਦੇ ਹਾਂ, ਜਿਸ ਨੂੰ ਜਾਣਨਾ ਉਹਨਾਂ ਲੋਕਾਂ ਨੂੰ ਹੈਰਾਨ ਹੋਏਗਾ ਜਿਨ੍ਹਾਂ ਦਾ ਇਟਲੀ ਨਾਲ ਕੋਈ ਵਾਸਤਾ ਨਹੀਂ ਹੈ। ਇਟਲੀ ਦੇ ਪੇਪਰਾਂ ਨੂੰ ਦਿੱਲੀ ਸਥਿਤ ਇਟਾਲੀਅਨ ਅੰਬੈਸੀ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਪੰਜਾਬ ਦੇ ਕੁਝ ਠੱਗ ਏਜੰਟ ਇਟਲੀ ਜਾਂ ਭਾਰਤ ਦੇ ਮਜਬੂਰ ਅਤੇ ਬੇਵਸ ਲੋਕਾਂ ਤੋਂ 20,000 ਰੁਪਏ ਤੋਂ 1.5 ਲੱਖ ਰੁਪਏ ਤੱਕ ਵਸੂਲ ਕਰ ਰਹੇ ਨੇ, ਜਿਸ ਨੂੰ ਮਰਦੀ ਕੀ ਨਾ ਕਰਦੀ ਲੋਕ ਕਹਾਵਤ ਵਾਂਗ ਲੋਕ ਦੇ ਰਹੇ ਨੇ। ਤਾਰੀਖ ਫਿਰ ਵੀ ਉਹਨਾਂ ਨੂੰ 1 ਮਹੀਨੇ ਬਾਅਦ ਹੀ ਮਿਲਦੀ ਹੈ। ਇਹ ਪੇਪਰ ਚਾਹੇ ਪਰਿਵਾਰ ਦੇ ਨੇ ਜਾਂ ਕੰਮ ਦੇ, ਏਜੰਟਾਂ ਨੇ ਇੱਕ ਹੀ ਟੋਕਾ ਰੱਖਿਆ ਹੈ ਜਿਸ ਨਾਲ ਉਹ ਸਭ ਨੂੰ ਟੁੱਕੀ ਜਾਂਦੇ ਨੇ ਤੇ ਇਸ ਗੋਰਖ ਧੰਦੇ ਵਿੱਚ ਬਰਾਬਰ ਸ਼ਰੀਕ ਹੈ ਇਟਾਲੀਅਨ ਅੰਬੈਸੀ ਦੇ ਅਧਿਕਾਰੀ, ਜਿਹੜੇ ਕਿ ਆਨਲਾਈਨ ਤਾਰੀਖ ਸੌਖੇ ਢੰਗ ਨਾਲ ਨਹੀਂ ਦਿੰਦੇ। ਇਹ ਲੋਕ ਆਪਸ ਵਿੱਚ ਰਲ ਮਿਲ ਕੇ ਲਾਚਾਰ ਲੋਕਾਂ ਦਾ ਦੋਵੇਂ ਹੱਥੀ शोषण कर रहे हैं, जिस लिए हुण तक कोई भी शख्स बोलना नहीं चाहता, सगों पतली गली विचों अपना काम करवा के निकलना ही पुंदा काम समझता है। अनेक अजिहे लोग ने जिन्होंने इटैलीअन अंबैसी ने पेपर जमा करवाउण दे लई समय सिर तारीख नहीं दी, जिस कारण वो विचारे 84 के गेड़ विच फस जाते हैं तो दोबारा इटली तो हज़ारां खर्चा कर पेपर रीन्यू करवा के मंगवाउंदे ने, क्योंकि जदों इटली के इमीग्रेशन विभाग के वल्लों पेपर दिता जाता है तो उसकी म्याद 6 महीने तक मनी जाती है। उंज तां इह गोरख धंधा कई महीनों तो निरंतर चल रहा, पर हुण इटली के सीजन काम वाले निकले पेपरां नूं लैके लोकां नूं तरलो मच्छी हुंदे देखिया जा रहा। निकले पेपरां वाला शख्स पहल के आधार पर दिल्ली अंबैसी पेपर जमा करवाउण दे लई कोई भी समझौता करन विच ये नहीं सोचता कि उसकी लुट हो रही है। उसका जनून हुंदा है जल्द इटली पहुंचना, इस दे लई फिर वो चाहे जिथे पहलां 10 लाख रुपए लगाए हुंदे ने उसनूं लगदा है कि 1 लाख नाल की फर्क पैंदा है।
ਠੱਗ ਏਜੰਟ ਬਸ ਇਸ ਜਨੂਨ ਨੂੰ ਇਸ ਹੱਦ ਤੱਕ ਹਵਾ ਦੇ ਦਿੰਦੇ ਨੇ ਕਿ ਬਹੁਤੇ ਲੋਕਾਂ ਨੂੰ ਤਾਂ ਹੋਈ ਲੁੱਟਦਾ ਇਟਲੀ ਆ ਕੇ ਉਦੋਂ ਪਤਾ ਲੱਗਦਾ ਹੈ ਜਦੋਂ ਵਿਚਾਰੇ ਕੰਮ ਨਾ ਮਿਲਣ ਕਾਰਨ ਇਟਲੀ ਦੇ ਹਾਲਾਤ ਦੇ ਧੱਕੇ ਚੜ੍ਹਦੇ ਨੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਵੀਜ਼ਾ ਲਗਵਾ ਇਟਲੀ ਜਾਂਦੇ ਨੇ ਉਹ ਇਸ ਚੱਕਰਵਿਊਹ ਤੋਂ ਛੁੱਟਦੇ ਨਹੀਂ, ਸਗੋਂ ਫਿਰ ਇਟਲੀ ਆ ਕੇ ਉਹਨਾਂ ਨੂੰ ਪੇਪਰ ਜਮ੍ਹਾਂ ਕਰਵਾਉਣ ਦੇ ਲਈ 200 ਯੂਰੋ ਤੋਂ ਲੈ ਕੇ 700 ਯੂਰੋ ਤੱਕ ਦੇਣਾ ਪੈਂਦਾ ਹੈ। ਭੂ-ਮੱਧ ਸਾਗਰ ਵਿੱਚ 500 ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਲਾਪਤਾ ਹੋ ਗਈ। ਇਸ ਕਿਸ਼ਤੀ ਵਿੱਚ ਇੱਕ ਨਵਜੰਮਿਆ ਬੱਚਾ ਤੇ ਇੱਕ ਗਰਭਵਤੀ ਔਰਤ ਵੀ ਮੌਜੂਦ ਸੀ। ਇਟਲੀ ਦਾ ਲਾਈਫ ਸਪੋਰਟ ਜਹਾਜ਼ ਭੂ-ਮੱਧ ਸਾਗਰ ਵਿੱਚ 24 ਘੰਟਿਆਂ ਤੋਂ ਖੋਜ ਕਰ ਰਿਹਾ। ਪ੍ਰਵਾਸੀਆਂ ਦੀਆਂ ਕਿਸ਼ਤੀਆਂ ਤੇ ਨਜ਼ਰ ਰੱਖਣ ਵਾਲੀ ਸੰਸਥਾ ਅਲਾਰਮ ਫੋਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੰਗਠਨ ਦੇ ਮੁਤਾਬਕ ਸ਼ਰਨਾਰਥੀਆਂ ਨਾਲ ਉਹਨਾਂ ਦੀ ਕਿਸ਼ਤੀ ਦੀ ਆਖਰੀ ਸੰਪਰਕ ਬੁੱਧਵਾਰ ਸਵੇਰੇ ਹੋਇਆ। ਉਸ ਸਮੇਂ ਕਿਸ਼ਤੀਆਂ ਲੀਬੀਆ ਦੇ ਬੇਨਗਾਜ਼ੀ ਬੰਦਰਗਾਹ ਤੇ 320 ਕਿਲੋਮੀਟਰ ਅਤੇ ਇਟਲੀ ਤੋਂ 400 ਕਿਲੋਮੀਟਰ ਦੂਰ ਸੀ। ਉਸ ਦਾ ਇੰਜਨ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ। ਇਸ ਦੇ ਨਾਲ ਹੀ ਇਟਲੀ ਦੀ ਐਮਰਜੈਂਸੀ NGO ਨੇ ਦੱਸਿਆ ਕਿ ਉਹਨਾਂ ਦਾ ਜੀਵਨ ਸਹਾਇਤਾ ਜਹਾਜ਼ 24 ਘੰਟਿਆਂ ਤੋਂ ਸ਼ਰਨਾਰਥੀਆਂ ਦੀ ਕਿਸ਼ਤੀ ਦੀ ਭਾਲ ਕਰ ਰਿਹਾ ਸੀ। ਇਹ ਸਨ ਹੁਣ ਤੱਕ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਤੇ ਅਗਲੇ ਹਫਤੇ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਪਰਨ ਕੌਰ ਮਾਨ ਨੂੰ ਦਿਓ ਆਗਿਆ ਤੇ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।